ਉਹਨੂੰ ਐ ਸੀ ਵੀ ਕਿਸੇ ਰਾਜਕੁਮਾਰ ਦਾ ਜਨਮ ਹੁੰਦਾ ਹੋਊ, ਜਿਹੜੇ ਐਡੇ ਇਹ ਤਾਂ ਸ਼ਾਹੀ ਬੰਦੇ ਨੇ। ਕਹਿੰਦੇ ਤੈਨੂੰ ਅਸੀਂ ਲੈਣ ਆਏ ਹਾਂ। ਕਹਿੰਦੀ ਕੀ ਗੱਲ ਆ, ਕੋਈ ਬੱਚਾ ਜਨਮ ਲੈਂਦਾ ਹੈ? ਕਹਿੰਦੇ ਨਹੀਂ, ਜਨਮ ਨਹੀਂ ਲੈਂਦਾ। ਤੇਰੇ ਕੋਲ ਜਿਹੜਾ ਮੁੰਡਾ ਹੈ ਤਾਰਾ, ਭਾਈ ਦਾਈ ਡਰ ਗਈ ਵੀ ਮੁੰਡੇ ਤਾਂ ਕੋਈ ਗਲਤੀ ਕਰ ਲਈ, ਵੀ ਮੁੰਡਾ ਤਾਂ ਫੜਿਆ ਗਿਆ। ਉਹ ਕਹਿੰਦੇ ਮਾਈ ਡਰਨਾ। ਕਹਿੰਦੀ ਮੈਂ ਡਰਦੀ ਹਾਂ, ਤੁਸੀਂ ਕਿਸੇ ਬਾਦਸ਼ਾਹ ਦੇ ਨੌਕਰ ਹੋ? ਕਹਿੰਦੇ ਹਾਂ ਅਸੀਂ ਰਾਜੇ ਦੇ ਨੌਕਰ ਹਾਂ। ਕਹਿੰਦੀ ਮੇਰੇ ਪੁੱਤ ਤੋਂ ਤਾਂ ਨਿਆਣੇ ਤੋਂ ਕੋਈ ਗਲਤੀ ਹੋ ਗਈ ਹੋ? ਕਹਿੰਦਾ ਨਹੀਂ ਬਿਲਕੁਲ ਗਲਤੀ ਨਹੀਂ ਹੋਈ, ਡਰਨਾ। ਸਾਡੇ ਨਾਲ ਚੱਲ, ਤੇਰੇ ਪੁੱਤ ਦਾ ਤਾਂ ਵਿਆਹ ਕਰਨਾ ਰਾਜੇ ਦੀ ਕੁੜੀ ਨਾਲ, ਹੌਸਲਾ ਰੱਖ। ਉਹ ਕਹਿਣ ਲੱਗੀ, ਕਹਿੰਦੀ ਫਿਰ ਕਾਇਂ ਗੱਲ ਕਰੋ ਮੇਰੇ ਨਾਲ, ਮੇਰੀ ਭੈਣ ਹੈ 5 ਕੋਤੇ, ਉਹਨੂੰ ਨਾਲ ਲੈ ਕੇ ਚੱਲਾਂਗੇ। ਉਹਨੂੰ ਪਤਾ ਸੀ ਵੀ ਉੱਥੇ ਪੁੱਛ ਪਸਈਆ ਹੋਊ ਵੀ ਕੌਣ ਹੈ, ਕਿੱਥੋਂ ਆਇਆ। ਕਹਿੰਦੇ ਚੱਲ ਬੈਠ ਘੋੜੇ 'ਤੇ, ਉਹਨੂੰ ਬਹਾ ਲਾਂਗੇ। ਜਾ ਰਹੇ ਘਰ ਪੁੱਛ ਕੇ ਉਹ ਦਾਈ ਦਾ ਨਾਲ ਭੈਣ ਸੀ, ਉਹ ਕਹਿੰਦੀ ਚਲੋ ਆਹ ਗਲੀ ਤੁਰੇ ਚੱਲੋ। ਗਾਹਾਂ ਜਾ ਰਹੇ ਅਤੇ ਉਹ ਆਪਦਾ ਇਸ਼ਨਾਨ ਕਰਕੇ ਧੁੱਪੇ ਬੈਠੀ ਕੇਸ ਸੁਕਾਈ ਜਾਂਦੀ ਹੈ। ਉਹ ਕਹਿੰਦੀ ਹੈ ਕਰ ਦਿਓ। ਉਹ ਕਹਿੰਦੀ ਭੈਣੇ ਜਿਹੜਾ ਤੂੰ ਮੈਨੂੰ ਮੁੰਡਾ ਦੇ ਕੇ ਆਈ ਸੀ ਨਾ, ਕਹਿੰਦੀ ਅੱਜ ਉਹ ਰਾਜੇ ਦੀ ਇੱਧਰ ਸੈਲ ਕਰਨ ਗਿਆ ਸੀ, ਮੈਨੂੰ ਕਹਿੰਦਾ ਵੀ ਬੇਬੇ ਮੈਂ ਸੈਲ ਕਰਨਾ। ਉਹ ਦਾਈ ਨੂੰ ਉਹ ਮਾਸੀ ਕਹਿੰਦਾ ਹੁੰਦਾ, ਉਹ ਕਹਿੰਦੀ ਹੈ ਤੇਰੀ ਮਾਸੀ ਲੱਗਦੀ ਹੈ। ਅਤੇ ਕਹਿੰਦੀ ਫੇਰ, ਕਹਿੰਦੀ ਉਹ ਤਾਂ ਰਾਜੇ ਦੀ ਕੁੜੀ ਦੀ ਪਸੰਦ ਆ ਗਿਆ। ਕਹਿੰਦੀ ਫਿਰ ਰਾਜਿਆਂ ਦਾ ਪੁੱਤ ਦੀ ਰਾਜੇ ਦੀ ਕੁੜੀ ਦੀ ਪਸੰਦ ਆਉਣਾ। ਕਹਿੰਦੀ ਤੂੰ ਉਹਦਾ ਸਾਰਾ ਸਬੂਤ ਦੇ ਦੇਗੀ, ਮੈਨੂੰ ਨਹੀਂ ਉਹਦੇ ਬਾਰੇ ਬਾਹਲਾ ਪਤਾ, ਚੱਲ ਨਾਲ। ਕਹਿੰਦੀ ਚੱਲ। ਭਈ ਦੋਨੇ ਘੋੜਿਆਂ 'ਤੇ ਬੈਠ ਗਈਆਂ, ਬਾਗੀਆਂ ਨਾਲ ਜਾ ਉਤਰੀਆਂ। ਅਤੇ ਤਾਰਾ ਤਾਂ ਆਪਦੀ ਮਾਂ ਨੂੰ ਦੇਖ ਕੇ ਖੜ੍ਹਾ ਹੋ ਗਿਆ, ਕਹਿੰਦਾ ਮੇਰੀ ਮਾਂ ਆ ਗਈ। ਉਹ ਕਹਿੰਦੇ ਅਸੀਂ ਲੈਣ ਗਏ ਸੀ, ਕੋਈ ਗੱਲ ਨਹੀਂ। ਕਹਿੰਦਾ ਮੇਰੀ ਮਾਂ ਨੂੰ ਤਾਂ ਮੇਰੇ ਕੋਲੇ ਬਹਾਓ, ਡਰ ਗਿਆ। ਉਹ ਕਹਿਣ ਲੱਗੀ ਨਹੀਂ ਪੁੱਤ ਘਬਰਾ ਨਾ ਤੂੰ। ਉਹ ਕਹਿੰਦੇ ਹਾਂ ਮਾਈ ਤੂੰ ਦੱਸ। ਕਹਿੰਦੀ ਜਿਹੜੀ ਆਹ ਮੇਰੀ ਭੈਣ ਹੈ। ਉਹ ਦੌਲਤਾਂ ਦਾਈ ਕਹਿਣ ਲੱਗੀ। ਕਹਿੰਦੀ ਅੱਛਾ। ਕਹਿੰਦੀ ਇਹਨੂੰ ਸਾਰਾ ਇਹਦੇ ਬਾਰੇ ਪਤਾ, ਮੈਂ ਤਾਂ ਪਾਲਿਆ ਹੀ ਹੈ। ਉਹ ਕਹਿੰਦੇ ਹਾਂ ਤੂੰ ਦੱਸ ਦਾਈ। ਕਹਿੰਦੀ ਜਿਹੜਾ ਫਲਾਨਾ ਵਾਸ ਹੈ, ਚੰਦਰਭਾਨ ਸੀ ਉਹਦੇ ਰਾਜੇ ਦਾ ਨਾਂ। ਕਹਿੰਦੀ ਉਹਦੇ 2 ਵਿਆਹ ਪਹਿਲਾਂ ਹੋਏ ਹੋਏ ਸੀ। ਕਹਿੰਦਾ ਅੱਛਾ। ਕਹਿੰਦਾ ਜਦੋਂ ਤੀਜੀ ਲਿਆਂਦੀ ਉਹਨੇ, ਉਸ ਦੇ ਪੇਟੋਂ ਕਹਿੰਦੀ ਇਹ ਬੱਚਾ ਪੈਦਾ ਹੋ ਗਿਆ। ਜਦੋਂ ਬੱਚੇ ਦੇ ਜਨਮ ਦਾ ਦਿਨ ਆ ਗਿਆ, ਕਹਿੰਦੀ ਉਹ ਮੈਨੂੰ ਕਹਿਣ ਲੱਗੀਆਂ ਵੀ ਚਾਹੇ ਬੱਚਾ ਹੋਵੇ ਚਾਹੇ ਬੱਚੀ, ਇਹਨੂੰ ਮਾਰਦੀ ਅਸੀਂ ਤੈਨੂੰ ਪੈਸੇ ਦੇਵਾਂਗੇ। ਕਹਿੰਦਾ ਅੱਛਾ। ਕਹਿੰਦੀ ਮੈਂ ਬਾਦਸ਼ਾਹ ਕਿਹਾ ਵੀ ਚਾਹੇ ਮੈਨੂੰ ਮਾਰ ਦਊ, ਮੈਂ ਐਡਾ ਪਾਪ ਨਹੀਂ ਕਰ ਸਕਦੀ। ਨਵ ਜੰਮੇ ਬੱਚੇ ਦਾ ਮੈਂ ਪਾਪ ਕਿਵੇਂ ਕਰ ਸਕਦੀ ਹੈ, ਮੈਂ ਨਹੀਂ ਪਾਪ ਕਰਦੀ। ਕਹਿੰਦਾ ਫਿਰ ਉਹ ਕਹਿੰਦੀਆਂ ਚੰਗਾ ਐਂ ਕਰ, ਗੈਪ ਕਰ ਦੇਂਗੀ? ਕਹਿੰਦੀ ਹਾਂ। ਕਹਿੰਦੀ ਫਿਰ ਜਨਮ ਇਹ ਬੱਚੇ ਨੇ ਲਿਆ। ਇਹਦੇ ਕਹਿੰਦੀ ਮੱਥੇ 'ਤੇ ਚੰਦਰਮਾ, ਠੋਡੀ ਤਾਰਾ, ਬਹੁਤ ਸੁਨੱਖਾ ਮੁੰਡਾ ਸੀ। ਕਹਿੰਦੀ ਮੈਂ ਪੈਸੇ ਵੀ ਲਏ ਨੇ ਬਾਦਸ਼ਾਹ, ਝੂਠ ਨਹੀਂ ਬੋਲਦੀ ਗੈਪ ਕਰਨ ਦੇ। ਕਹਿੰਦਾ ਠੀਕ ਆ। ਅਤੇ ਕਹਿੰਦੀ ਮੈਂ ਉਹਦੀ ਸਾਂਭ ਸੰਭਾਈ, ਉਹਨਾਂ ਨੇ ਉਹਦੇ ਨਾਲ ਪੱਥਰ ਧਰਤਾ। ਬਾਦਸ਼ਾਹ ਪਤਾ ਲੈਣ ਆਇਆ, ਮੈਂ ਇਹ ਬੱਚੇ ਨੂੰ ਆਪਦੇ ਘਰੇ ਮੇਰੇ ਬੰਦੇ ਕੋਲ ਛੱਡਿਆ ਹੀ ਵੀ ਇਹਨੂੰ ਸਾਂਭੀ, ਜੇ ਰੋਇਆ ਇਹਦੇ ਮੂੰਹ 'ਚ ਬੱਤੀ ਦੁੱਧ ਦੀ ਪਾ ਦੀ। ਉਦੋਂ ਬੱਤੀ ਦਿੰਦੇ ਨਿਆਣੇ ਬੱਚੇ ਨੂੰ ਪਹਿਲਾਂ ਬੱਕਰੀ ਦਾ ਦੁੱਧ ਹੁੰਦਾ, ਬੱਤੀ ਨਾ ਪਿਆਉਂਦੇ, ਬੱਤੀ ਲਾ ਕੇ 2 ਉੱਤੇ ਤੁਪਕਾ ਸਿੱਟੀ ਜਾਂਦੇ, ਬੱਚਾ ਉਹਨੂੰ ਚੂਸੀ ਜਾਂਦਾ। ਕਹਿਣ ਲੱਗਾ ਠੀਕ ਆ। ਅਤੇ ਕਹਿੰਦੀ ਮੈਂ ਵਾਪਸ ਆਈ। ਕਹਿੰਦੀ ਬਾਦਸ਼ਾਹ ਜਦੋਂ ਕਹਿਣ ਲੱਗਿਆ ਵੀ ਦਾਈ ਦੱਸ ਰਾਜਕੁਮਾਰ ਆ ਕਿ ਰਾਜਕੁਮਾਰੀ ਹੈ? ਕਹਿੰਦੀ ਮੇਰੇ ਤੋਂ ਪਹਿਲਾਂ ਹੀ ਉਹ ਰਾਣੀਆਂ ਬੋਲ ਪਈਆਂ ਵੀ ਨਾ ਰਾਜਕੁਮਾਰ ਹੈ ਨਾ ਰਾਜਕੁਮਾਰੀ ਹੈ, ਤੇਰੀ ਰਾਣੀ ਨੇ ਤਾਂ ਪੱਥਰ ਜਨਮ ਦਿੱਤਾ ਹੈ, ਪੱਥਰ ਜਨਮਿਆ। ਕਹਿੰਦੀ ਬਾਦਸ਼ਾਹ ਨੇ ਬਹੁਤ ਦੁੱਖ ਮੰਨਿਆ ਵੀ ਮੈਂ ਤੀਜੀ ਰਾਣੀ ਵੀ ਵਿਆਹੀ ਤੀ, ਵੀ ਇਹਦੇ ਵੀ ਔਲਾਦ ਨਹੀਂ ਹੋਈ। ਅਤੇ ਕਹਿੰਦੀ
ਬਾਦਸ਼ਾਹ ਚੁੱਪ ਕਰਕੇ ਦਲਵਾਰ ਨੂੰ ਮੁੜ ਗਿਆ ਆਪਦੇ ਨੂੰ। ਅਤੇ ਮੈਂ ਬੱਚਾ ਦੂਜੇ ਦਿਨ ਮੇਰੀ ਭੈਣ ਦੇ ਕਹਿੰਦੀ ਇਸ ਦੇ ਦੌਲਤਾਂ ਦਾ ਬੱਚਾ ਹੋ ਕੇ ਮਰ ਗਿਆ ਸੀ। ਮੈਂ ਆਖਿਆ ਵੀ ਉਹਦੇ ਦੁੱਧ ਬੱਚਾ ਹੁਣੀ ਮਰਿਆ, ਦੁੱਧ ਉਤਰਦਾ ਵੀ ਉਹਨੂੰ ਦੇ ਕੇ ਆਵਾਂ, ਇਹ ਤਾਂ ਬੱਚਾ ਪਾਲਣਾ ਨਹੀਂ। ਕਹਿੰਦੀ ਮੈਂ ਮੇਰੀ ਭੈਣ ਨੂੰ ਦੇ ਆਈ ਵੀ ਇਹ ਬੱਚੇ ਨੂੰ ਤੂੰ ਪਾਲੀ, ਇਹ ਰਾਜੇ ਦਾ ਪੁੱਤ ਹੈ। ਕਹਿੰਦੀ ਫਿਰ ਅਸੀਂ ਇਹਦਾ ਨਾਂ ਵੀ ਕਹਿੰਦੀ ਤਾਰਾ ਹੀ ਰੱਖਤਾ। ਕਹਿੰਦਾ ਠੀਕ ਆ। ਕਹਿੰਦੀ ਬਾਦਸ਼ਾਹ ਇਹ ਪੁੱਤ ਰਾਜਿਆਂ ਦਾ ਹੈ, ਅਸੀਂ ਤਾਂ ਪਾਲਿਆ ਹੀ ਹੈ। ਕਹਿੰਦਾ ਠੀਕ ਆ। ਕੁੜੀ ਕਹਿੰਦੀ ਕਿਉਂ ਪਿਤਾ ਹੁਣ ਤਾਂ ਤੇਰੇ ਮਨ ਦੀ ਸ਼ੱਕ ਦੂਰ ਹੋ ਗਈ? ਕਹਿੰਦਾ ਹਾਂ। ਕਹਿਣ ਲੱਗਿਆ ਬੇਟਾ ਉਹ ਦਾਈ ਕਹਿੰਦੀ ਪੁੱਤਰ ਤੂੰ ਰਾਜੇ ਦਾ ਪੁੱਤ ਹੀ ਆ, ਅਸੀਂ ਤਾਂ ਪਾਲਿਆ। ਉਹ ਕਹਿੰਦਾ ਨਾ ਤੂੰ ਤਾਂ ਮੇਰੀ ਮਾਂ ਹੈ। ਹੁਣ ਬੱਚਾ ਤਾਂ ਜਿਹਨੇ ਪਾਲਿਆ ਉਸੇ ਨੂੰ ਮਾਂ ਕਹੂਗਾ। ਕਹਿੰਦਾ ਨਾ ਮੈਂ ਨਹੀਂ ਜਾਣਦਾ ਕਿਸੇ ਰਾਜੇ ਰੂਜੇ ਨੂੰ, ਤੂੰ ਤਾਂ ਮੇਰੀ ਮਾਂ ਹੈ, ਤੈਂ ਮੈਨੂੰ ਪਾਲਿਆ। ਉਹ ਕਹਿਣ ਲੱਗੇ ਨਹੀਂ ਪੁੱਤਰ ਪਾਲਿਆ ਮੈਂ ਤੈਨੂੰ ਆ, ਜਨਮ ਦੇਣ ਵਾਲੀ ਤੇਰੀ ਮਾਂ ਕੋਈ ਹੋਰ ਹੈ। ਤੂੰ ਰਾਣੀ ਦੇ ਪੇਟੋਂ ਜਨਮਿਆ ਵੈ, ਰਾਜੇ ਦਾ ਪੁੱਤ ਹੈ। ਅਤੇ ਉਹ ਫਿਰ ਕਿਉਂ ਹੁਣ 16 ਸਾਲ ਦਾ ਗੱਭਰੂ ਸਿਆਣਾ ਹੋ ਗਿਆ। ਕਹਿੰਦਾ ਫਿਰ ਮੇਰੀ ਉਹ ਮਾਂ ਤਾਂ ਮੈਨੂੰ ਮਿਲਾਓ ਫਿਰ ਜਿਹਨੇ ਮੈਨੂੰ ਜਨਮਿਆ। ਰਾਜਾ ਕਹਿੰਦਾ ਹਾਂ। ਤਾਈ ਕਹਿੰਦੀ ਬਿਲਕੁਲ ਠੀਕ ਆ। ਰਾਜਾ ਕਹਿਣ ਲੱਗਿਆ ਆਪਦੀ ਰਾਣੀ ਨੂੰ ਜਾਓ ਬੱਗੀ ਲੈ ਕੇ ਜਾਓ, ਉਹ ਰਾਣੀ ਨੂੰ ਅਤੇ ਰਾਜੇ ਨੂੰ ਲੈ ਕੇ ਆਓ। ਭਾਈ ਗਾਹਾਂ ਬਾਦਸ਼ਾਹ ਵੀ ਉਦਾਸ ਹੋਇਆ ਬੈਠਾ, ਉਹਨੇ ਤਾਂ ਵਿਚਾਰੀ ਨੇ ਆਉਣਾ ਤੀ। ਜਦੋਂ ਉਹ ਕਿਹਾ ਕਰੇ ਰਾਣੀ ਕਾਰਨ ਕੀ ਹੋ ਗਿਆ? ਉਹ ਕਹਿੰਦੀ ਬਾਦਸ਼ਾਹ ਮੈਨੂੰ ਪੱਕਾ ਯਕੀਨ ਹੈ ਮੇਰੇ ਬੱਚਾ ਤੀ। ਕਹਿੰਦਾ ਕਿਵੇਂ? ਕਹਿੰਦੀ 5 ਮਹੀਨਿਆਂ ਦਾ ਬੱਚਾ ਪੇਟ 'ਚ ਮਾਂ ਦੇ ਹਿਲਦਾ ਹੁੰਦਾ, ਮੈਨੂੰ ਬੱਚਾ ਹਿਲਦਾ ਮਹਿਸੂਸ ਹੁੰਦਾ ਸੀ। ਵਾਕਈ ਸਹੀ ਹੈ, ਬੱਚਾ ਹਿਲਦਾ। ਅਤੇ ਕਹਿੰਦੀ ਕੋਈ ਮੇਰੇ ਨਾਲ ਕਾਰਨ ਹੋਇਆ, ਮੈਨੂੰ ਕੀ ਪਤਾ ਸੀ, ਮੈਂ ਤਾਂ ਪਹਿਲਾਂ ਜਾਪਾ ਸੀ, ਮੈਨੂੰ ਤਾਂ ਇੰਨੀ ਸੁੱਧ ਬੁੱਧ ਹੀ ਨਹੀਂ ਸੀ ਰਹੀ। ਅਤੇ ਉਹ ਰਾਣੀਆਂ ਨੇ ਵੀ ਦੇਖਿਆ ਵੀ ਜਿਹੜੀ ਇਹ ਰਾਣੀ ਆਹ ਗੱਲਾਂ ਕਰੀ ਜਾਂਦੀ ਹੈ, ਆਪਣੇ 'ਤੇ ਗੱਲ ਦਾ ਵਕਤ ਪਊਗਾ। ਇੰਨੇ ਨੂੰ ਬਾਰ ਦੇ ਵਿੱਚ ਬੱਗੀ ਜਾ ਖੜੀ। ਨੌਕਰਾਂ ਨੇ ਕਿਹਾ ਮਹਾਰਾਜ ਇੱਕ ਰਾਜਾ ਇੱਕ ਰਾਣੀ ਤੁਹਾਨੂੰ ਮਿਲਣ ਆਏ ਨੇ। ਕਹਿਣ ਲੱਗਿਆ ਉੱਠਿਆ ਰਾਜਾ ਰਾਣੀ ਸਤਿਕਾਰ ਨਾਲ ਬਾਦਸ਼ਾਹ ਨੂੰ ਤਾਰਿਆ, ਬੱਗੀ 'ਚ ਬਹਾਇਆ, ਆਦਰ ਮਾਣ ਕੀਤਾ, ਉਹਦਾ ਸੇਵਾ ਕੀਤੀ ਚਾਹ ਪਾਣੀ ਦੀ। ਉਹ ਰਾਣੀ ਜਦੋਂ ਝਾਕੀ ਉਹ ਰਾਣੀ ਕੰਨੀ ਭੜੰਗਾ ਰਲ ਗਿਆ। ਕਹਿੰਦੀ ਵਾਕਈ ਪੁੱਤ ਇਹਦਾ। ਕਹਿੰਦੀ ਬਾਦਸ਼ਾਹ ਕਿਹੜੀ ਦਾ ਪੁੱਤ ਆ ਉਹ? ਕਹਿੰਦਾ ਪੁੱਤ ਤਾਂ ਮੇਰੇ ਹੋਇਆ ਹੀ ਨਹੀਂ, ਪੁੱਤ ਤਾਂ ਮੇਰੇ ਤਾਂ ਹੋਇਆ ਨਹੀਂ ਕੋਈ। ਕਹਿੰਦੀ ਨਹੀਂ ਆਹ ਰਾਣੀ ਹੈ ਜਿਹੜੀ ਇਹਦੇ ਪੇਟੋਂ ਤੇਰੇ ਬੱਚਾ ਜਨਮਿਆ ਹੈ। ਭਾਈ ਰਾਜੇ ਦੇ ਕੰਨ ਖੁੱਲ੍ਹ ਗਏ ਵੀ ਰਾਣੀ ਸੱਚ ਕਹਿੰਦੀ ਹੈ ਵੀ ਮੇਰੇ ਤਾਂ ਪੇਟ 'ਚ ਬੱਚਾ ਹਿਲਦਾ ਹੁੰਦਾ। ਕਹਿਣ ਲੱਗਾ ਮੈਨੂੰ ਸਮਾਰ ਕੇ ਸਮਝਾਓ, ਮੈਨੂੰ ਮੇਰੇ ਤਾਂ ਕਹਿੰਦਾ ਦਿਮਾਗ 'ਚ ਗੱਲ ਘੁੰਮੀ ਜਾਂਦੀ ਹੈ ਵੀ ਕਾਰਨ ਕੀ ਹੋਇਆ ਹੈ। ਉਹ ਨਾਲ ਦਾਈ ਸੀ, ਫਿਰ ਦਾਈ ਨੂੰ ਕਹਿੰਦੀਆਂ ਉਤਰਿਆ ਹੁਣ ਰਸ 'ਚੋਂ ਤੂੰ? ਉਤਰਿਆ ਹੀ। ਜਦੋਂ ਦੇਖੀ ਰਾਣੀਆਂ ਨੇ ਵੀ ਦਾਈ ਤਾਂ ਉਹੀ ਹੈ। ਉਹ ਕਹਿੰਦੀ ਆਹ ਦਾਈ ਨੂੰ ਪੁੱਛ ਲਾ। ਉਹ ਕਹਿੰਦਾ ਹਾਂ ਇਹ ਸਾਡੀ ਦਾਈ ਹੈ। ਕਹਿੰਦਾ ਦਾਈ ਦੱਸ। ਕਹਿੰਦੀ ਬਾਦਸ਼ਾਹ ਮੈਂ ਝੂਠ ਨਹੀਂ ਬੋਲਦੀ, ਤੇਰੀ ਰਾਣੀ ਨੇ ਜਦੋਂ ਬੱਚੇ ਨੂੰ ਜਨਮ ਦੇਣਾ ਤੀ ਇਹਨਾਂ ਦੋਨਾਂ ਰਾਣੀਆਂ ਨੇ ਮੈਨੂੰ ਕਿਹਾ ਤੀ ਵੀ ਤੈਨੂੰ ਪੈਸੇ ਜਿੰਨੇ ਮਰਜ਼ੀ ਲੈ ਲਾ, ਪਰ ਚਾਹੇ ਬੱਚਾ ਹੋਵੇ ਚਾਹੇ ਬੱਚੀ ਹੋਵੇ ਇਹਨਾਂ ਨੂੰ ਜੰਮਦੇ ਨੂੰ ਹੀ ਮਾਰ ਲਈ। ਅੱਛਾ। ਕਹਿੰਦੀ ਮੈਂ ਆਖਿਆ ਵੀ ਮੈਂ ਐਡਾ ਅਪਰਾਧ ਨਹੀਂ ਕਰ ਸਕਦੀ, ਮੈਂ ਕਿੱਥੇ ਭਰੂੰ? ਕਹਿੰਦੀਆਂ ਗਾਇਬ ਕਰਦੀ। ਕਹਿੰਦੀ ਮੈਂ ਆਖਿਆ ਗਾਇਬ ਕਰ ਦੂੰ, ਮੈਨੂੰ ਕਹਿੰਦੀ ਰਾਜਾ ਪੈਸਿਆਂ ਦਾ ਵੀ ਲਾਲਚ ਹੋ ਗਿਆ, ਮੈਂ ਸੱਚ ਦੱਸਦੀ ਹਾਂ ਚਾਹੇ ਮੈਨੂੰ ਜਾਨੋਂ ਮਾਰ ਦੇ। ਕਹਿੰਦਾ ਠੀਕ ਆ, ਤੂੰ ਗਰੀਬਣੀ ਹੈ, ਤੇਰਾ ਹੱਕ ਵੀ ਸੀ। ਕਹਿੰਦੀ ਫਿਰ ਮੈਂ ਇਹਨੂੰ ਲਿਜਾ ਕੇ ਇੱਥੋਂ, ਮੇਰੀ ਭੈਣ ਹੈ ਦੌਲਤਾਂ, ਉਹਦੇ ਕੋਲ ਬੱਚਾ ਹੋ ਕੇ ਮਰਿਆ ਸੀ, ਮੈਂ ਉਹਨੂੰ ਸਮਾ ਕੇ ਆਈ ਹਾਂ। ਇਹ ਮੇਰੀ ਭੈਣ ਨੇ ਪਾਲਿਆ, ਅੱਜ ਇਹ 16 ਸਾਲ ਦਾ ਹੋ ਗਿਆ ਤੇਰਾ ਪੁੱਤ। ਅੱਛਾ। ਅਤੇ ਕਹਿੰਦੀ ਬਾਦਸ਼ਾਹ ਉਹਨੇ ਕਿਤੇ
ਉਮਰ 16 ਕਹਿੰਦੀ ਵੇਖਣ ਨੂੰ 20 ਸਾਲ ਦਾ ਲੱਗਦਾ, ਐਡਾ ਹੱਡ ਪੈਰ ਦਾ ਖੁੱਲ੍ਹਾ, ਮੱਥੇ 'ਤੇ ਚੰਦਰਮਾ, ਠੋਡੀ 'ਚ ਤਾਰਾ, ਦਾ ਨਾਂ ਤਾਰਾ ਹੀ ਧਰਿਆ ਵਾ। ਭਾਈ ਰਾਣੀ ਤਾਂ ਜਿਉਂ ਜਿਉਂ ਛੋਟੀ ਸੋਹਣੇ ਲਾਲੀਆਂ ਚੜ੍ਹਦੀਆਂ ਜਾਣ, ਕਿਉਂ ਜਿਹਦਾ ਵਿਛੜਿਆ ਪੁੱਤ ਮਿਲਦਾ ਉਹਨਾਂ ਦੇ ਫਿਰ ਮੱਥੇ ਕਾਲੇ ਹੁੰਦੇ ਤੁਰੇ ਜਾਣ ਵੀ ਹੁਣ ਮੌਤ ਆ ਗਈ। ਅਤੇ ਉਹ ਕਹਿਣ ਲੱਗੀ ਆ, ਅਤੇ ਕਹਿੰਦੀ ਉਹ ਬਾਦਸ਼ਾਹ ਦੇ ਜਦੋਂ ਉੱਧਰ ਦੀ ਕਿਤੇ ਲੰਘਦਾ, ਇਹਦੀ ਰਾਜਕੁਮਾਰੀ ਦੇ ਸਹੇਲੀਆਂ ਦੇ ਜਾਂਦੀਆਂ ਦਿਸ ਗਿਆ ਬਾਦਸ਼ਾਹ। ਉਹ ਕੁੜੀ ਨੇ ਉਹ ਵੀ ਕਹਿੰਦੀ ਸੋਹਣਾ ਉਹਦਾ ਨਾਂ ਉਹਦੀ ਮਾਂ ਨੇ ਧਰਿਆ ਵਾ। ਕਹਿੰਦੀ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਊਂ, ਤੇਰਾ ਪੁੱਤ ਇਹਨਾਂ ਦੇ ਘਰੇ ਆ, ਤੈਨੂੰ ਅਸੀਂ ਲੈਣ ਆਇਆ ਰਾਣੀ ਤੇ ਰਾਜੇ ਨੂੰ। ਭਾਈ ਰਾਣੀ ਕਹਿੰਦੀ ਚਲੋ ਫਟ ਦਿਨ ਤਿਆਰ ਹੋ ਗਈ, ਵਿਛੜਿਆ ਪੁੱਤ ਮਿਲਦਾ। ਰਾਜਾ ਤਿਆਰ ਹੋ ਗਿਆ। ਉਹ ਰਾਜਾ ਕਹਿਣ ਲੱਗਾ ਇਹਨਾਂ ਨੂੰ ਵੀ ਨਾਲ ਲੈ ਕੇ ਚੱਲ। ਉਹ ਕਹਿੰਦੀ ਅਸੀਂ ਕੀ ਕਰਾਂਗੇ, ਬਾਦਸ਼ਾਹ ਵਗ ਜਾਓ, ਤੁਸੀਂ ਜਾਓ। ਕਹਿੰਦਾ ਜਾਣਾ ਪਊ ਤੁਹਾਨੂੰ ਨਾਲ ਹੁਣ। ਵੀ ਡਰਦੀਆਂ ਨੇ ਆਖਿਆ ਵੀ ਮਾਰੂਗਾ ਹੁਣ ਤਾਂ ਇਹ ਮੌਤ ਆ ਗਈ। ਕਹਿੰਦੇ ਬਾਦਸ਼ਾਹ ਸਾਥੋਂ ਤਾਂ ਭੁੱਲ ਹੋ ਗਈ, ਬਹੁਤ ਗਲਤੀ ਵੱਡੀ ਹੋ ਗਈ, ਤੁਸੀਂ ਜਾਓ। ਕਹਿੰਦਾ ਨਹੀਂ ਜਾਣਾ ਪਊਗਾ। ਭਾਈ ਦੋਨੇ ਰਾਣੀਆਂ ਅਤੇ ਆਪ ਰਾਜਾ ਰਾਣੀ ਤਿਆਰ ਹੋ ਕੇ ਬੱਗੀ ਦੇ ਵਿੱਚ ਬੈਠ ਗਏ। ਉਹ ਤਾਂ ਜਿਉਂ ਜਿਉਂ ਨੇੜੇ ਜਾਣ ਲਾਲੀ ਚੜ੍ਹਦੀ ਤੁਰੀ ਜਾਵੇ, ਮਾਂ ਦੇ ਅਤੇ ਪਿਓ ਦੇ ਮੱਥੇ 'ਤੇ ਵੀ ਪੁੱਤ ਦੇਖਾਂਗੇ ਅੱਜ। ਉਹਨਾਂ ਦੇ ਡੀਵੀਆਂ ਪੈਂਦੀਆਂ ਜਾਣ ਵੀ ਮੌਤ ਦਿਸੇ ਸਾਹਮਣੇ ਖੜੀ ਵੀ ਅੱਜ ਨਹੀਂ ਬਚਦੀਆਂ, ਮਾਰੂਗਾ। ਜਾ ਰਹੀਆਂ ਜਦੋਂ ਗਈ ਅਤੇ ਰਾਣੀ ਨੇ ਦੇਖਿਆ ਬੜੰਗਾ, ਕਹਿੰਦੀ ਹਾਂ ਮੇਰਾ ਪੁੱਤ ਹੀ ਹੈ। ਭਾਈ ਰਾਣੀ ਨੇ ਭੱਜ ਕੇ ਉਹ ਪੁੱਤ ਨੂੰ ਗਲ ਲਾ ਲਿਆ। ਉਹ ਕਹਿਣ ਲੱਗੀ ਪੁੱਤ ਜਨਮ ਤੈਨੂੰ ਮੈਂ ਦਿੱਤਾ, ਪਰ ਪਾਲਿਆ ਕਹਿੰਦੀ ਤੂੰ ਦਾਈ ਨੇ, ਵਾਕਈ ਤੇਰੀ ਮਾਂ ਉਹ ਹੀ ਹੈ, ਪਰ ਜਨਮ ਦੀ ਮਾਂ ਮੈਂ ਹਾਂ। ਉਹ ਕਹਿੰਦਾ ਵੀ ਮਾਂ ਠੀਕ ਆ ਜਨਮ ਦਿੱਤਾ, ਪਰ ਮੈਂ ਤਾਂ ਇਹਨੂੰ ਹੀ ਮਾਂ ਜਾਣਦਾ ਜਿਹਨੇ ਮੈਨੂੰ ਪਾਲ ਪੋਸ ਕੇ ਏਡਾ ਕਰਿਆ। ਕਹਿੰਦੀ ਨਹੀਂ ਪੁੱਤ ਤੂੰ ਮੇਰਾ ਹੀ ਹੈ। ਅਤੇ ਉਹ ਕਹਿੰਦਾ ਠੀਕ ਆ। ਭਾਈ ਜਿਹੜੀ ਨੂੰਹ ਸੀ ਭੱਜ ਕੇ ਪੈਰੀਂ ਹੱਥ ਲਾਏ ਵੀ ਮੇਰੀ ਸੱਸ ਆ ਗਈ, ਸਹੁਰਾ ਆ ਗਿਆ। ਉਹ ਕਹਿਣ ਲੱਗਿਆ ਵੀ ਤੁਸੀਂ ਹੁਣ ਦੱਸੋ ਇਹਨਾਂ ਨਾਲ ਮੈਂ ਕਿਹੜੀ ਸਜ਼ਾ ਦੇਵਾਂ ਕਰੜੀ ਦੋਨਾਂ ਨੂੰ, ਮੈਂ ਇਹਨਾਂ ਨੂੰ ਕੁੱਤਿਆਂ ਤੋਂ ਤੜਾ ਦਿਆਂ ਕਿ ਫਾਹੀ ਦੇ ਦਿਆਂ। ਉਹ ਜਿਹੜੀ ਨੂੰਹ ਸੀ ਉਹ ਕਹਿਣ ਲੱਗੀ ਨਹੀਂ ਪਤਾ, ਤੂੰ ਇਹਨਾਂ ਨੂੰ ਮਾਰਨਾ। ਕਹਿੰਦਾ ਨਹੀਂ ਬੇਟਾ ਇਹ ਮਾਰਨ ਯੋਗ ਨੇ, ਇਹਨਾਂ ਨੇ ਐਡਾ ਵੱਡਾ ਪਾਪ ਕਰਾਉਂਦੀਆਂ ਸੀ। ਚਲੋ ਦਾਈ ਨਾ ਮੰਨੀ, ਮੇਰੀ ਤਾਂ ਕੁਲ ਖਤਮ ਹੋ ਗਈ ਸੀ। ਕਹਿੰਦੀ ਨਾ ਮਾਰਨਾ ਇਹਨਾਂ ਨੂੰ। ਉੱਧਰੋਂ ਮੁੰਡਾ ਕਹਿੰਦਾ ਪਿਤਾ ਜੀ ਤੂੰ ਮਾਰਨਾ, ਚਲੋ ਜੇ ਨਾ ਐਂ ਕਰਦੀਆਂ ਸ਼ਾਇਦ ਮੇਰਾ ਵਿਆਹ ਕੁੜੀ ਨਾਲ ਇਹਦੇ ਨਾਲ ਨਾ ਹੀ ਹੁੰਦਾ, ਤੂੰ ਮਾਰਨਾ ਇਹਨਾਂ ਨੂੰ। ਅਤੇ ਇਹਨਾਂ ਨੂੰ ਤਾਂ ਆਹੀ ਕਲੰਕ ਬਹੁਤ ਵੱਡਾ ਹੈ। ਭਾਈ ਨੂੰਹ ਅਤੇ ਮੁੰਡਾ ਦੋਨੇ ਕਹਿਣ ਲੱਗੇ ਮਾਰਨਾ ਨਹੀਂ। ਬਾਦਸ਼ਾਹ ਕਹੇ ਮਾਰਨੀਆਂ ਨੇ, ਦੱਸੋ ਸਜ਼ਾ ਕੀ ਦੇਵਾਂ, ਇਹ ਇਹਨਾਂ ਨੇ ਮੇਰੇ ਨਾਲ ਐਡਾ ਵੱਡਾ ਧੋਖਾ ਕਰਿਆ। ਉਹ ਕਹਿਣ ਲੱਗੇ ਨਹੀਂ ਤੂੰ ਇਹਨੂੰ ਮਾਰਨਾ ਨਹੀਂ। ਜੇ ਇਹਨਾਂ ਨੇ ਦਾਈ ਨੂੰ ਆਹ ਗੱਲ ਕਹੀ ਤਾਂ ਦਾਈ ਮੈਨੂੰ ਉੱਥੇ ਛੱਡ ਕੇ ਆਈ, ਗੂਠ ਨੂੰ ਜਾਂਦਾ। ਅਤੇ ਦਾਈ ਰਾਣੀ ਕਹਿਣ ਲੱਗੀ, ਕਹਿੰਦੀ ਚੱਲ ਠੀਕ ਹੈ ਬਾਦਸ਼ਾਹ, ਬੱਚੇ ਦੀ ਗੱਲ ਸਿਆਣੀ ਆ, ਚਲੋ ਮੰਨ ਜਾਓ। ਕਹਿੰਦਾ ਤੁਹਾਨੂੰ ਬਖਸ਼ਦਾ, ਪਰ ਮੈਂ ਤੁਹਾਨੂੰ ਨਾ ਇੱਕ ਵਚਨ ਕਰਦਾ, ਇੱਦੋਂ ਮੁੜ ਕੇ ਤੁਸੀਂ ਮੇਰੇ ਮਹਿਲ 'ਚ ਨਹੀਂ ਆਓਗੀਆਂ, ਵਧੀਆ ਵੱਖਰਾ ਰਹੋਗੀਆਂ, ਮੈਂ ਤੁਹਾਨੂੰ ਦਰਸ਼ਨ ਨਹੀਂ ਦੇਊਂਗਾ। ਤੁਸੀਂ ਐਡੀਆਂ ਵੀ ਪਾਪਣਾ ਕੁਲ ਘਾਤੀ ਹੋ, ਬਸ ਉਹਨੂੰ ਇੱਕ ਜੀਵਨ ਦਾਨ ਦੇਤਾ, ਪਰ ਇਦੋਂ ਬਾਅਦ ਮੈਂ ਤੁਹਾਡਾ ਪਤੀ ਨਹੀਂ, ਮੈਂ ਤੁਹਾਡੇ ਮੱਥੇ ਨਹੀਂ ਲੱਗੂਗਾ, ਮੇਰੇ ਮਹਿਲ ਤੋਂ ਬਾਹਰ ਰਹਿਣਾ, ਆਪਦੇ ਅੱਡ ਮਹਿਲਾਂ 'ਚ ਰਹਿਣਾ। ਉਹ ਕਹਿੰਦੇ ਠੀਕ ਆ ਮਨਜ਼ੂਰ ਆ। ਭਾਈ ਬਾਦਸ਼ਾਹ ਕਹਿਣ ਲੱਗਿਆ, ਕਹਿੰਦਾ ਵੀ ਮੈਂ ਇਹ ਪੁੱਤ ਨੂੰ ਕਿਹੜਾ ਆਪਦੇ ਘਰੇ ਲੈ ਜਾਊਂ। ਰਾਜਾ ਮੈਂ ਤੇਰੇ ਵਿਆਹੁਣ ਆਊਂ, ਮੈਂ ਐਂ ਨਹੀਂ ਤੇਰੀ ਧੀ ਨੂੰ ਲੈ ਕੇ ਜਾਂਦਾ, ਤੂੰ ਵੀ ਬਾਦਸ਼ਾਹ ਹੈ ਮੈਂ ਵੀ ਬਾਦਸ਼ਾਹ, ਮੈਂ ਆਦਰ ਸਤਿਕਾਰ ਨਾਲ ਲੈ ਕੇ ਜਾਊਂ। ਕਹਿੰਦਾ ਠੀਕ ਆ। ਭਾਈ ਉਹ
ਤਾਰੇ ਨੂੰ ਨਾਲ ਲੈ ਕੇ ਦੋਏ ਦਾਈਆਂ ਮਹਿਲਾਂ 'ਚ ਆ ਗਿਆ। ਦਾਈਆਂ ਨੂੰ ਕਹਿਣ ਲੱਗਿਆ ਤੁਸੀਂ ਐਂ ਕਰਨਾ, ਇਦੋਂ ਬਾਅਦ ਇਹ ਕੰਮ ਨਹੀਂ ਕਰਨਾ, ਸੋਨੂੰ ਰਾਸਤਾ ਇੱਥੋਂ ਜਾਊਗੀ ਦੋਨਾਂ ਭੈਣਾਂ ਨੂੰ ਪੈਸਾ ਅੰਨ ਪਾਣੀ ਜੋ ਵੀ ਤੁਹਾਨੂੰ ਲੋੜ ਹੈ ਉਦੋਂ ਪਹਿਲਾਂ ਦੱਸਿਓ, ਤੁਹਾਨੂੰ ਮਿਲੂਗਾ। ਤੁਹਾਡੇ ਮਕਾਨ ਮੈਂ ਪੱਕੇ ਪਾ ਕੇ ਦੇਵਾਂਗਾ। ਕਹਿੰਦੀ ਦੇਖ ਬਾਦਸ਼ਾਹ, ਇਹ ਬਣ ਗਿਆ ਸਾਡਾ ਕਿੱਤਾ, ਬੱਚੇ ਨੂੰ ਜਨਮ ਦੇਣਾ ਵੀ ਲੋਕਾਂ ਦਾ ਭਲਾ ਹੁੰਦਾ ਇਹਦੇ ਵਿੱਚ, ਤੂੰ ਸਾਨੂੰ ਇਹ ਚੀਜ਼ ਤੋਂ ਤਾਂ ਨਾ ਰੋਕ। ਠੀਕ ਆ, ਇਹ ਤੇਰੀ ਗੱਲ ਮੰਨੀ ਵੀ ਅਸੀਂ ਤੁਹਾਨੂੰ ਮਿਲਦੇ ਰਹਾਂਗੇ, ਆਉਂਦੇ ਜਾਂਦੇ ਰਹਾਂਗੇ, ਪਰ ਇਹ ਸਾਡਾ ਕਿੱਤਾ ਨਾ ਛਡਾ। ਉਹ ਰਾਣੀ ਕਹਿਣ ਲੱਗੀ ਬਾਦਸ਼ਾਹ ਦੀ, ਕਹਿੰਦੀ ਗੱਲ ਠੀਕ ਆ, ਇਹਨਾਂ ਦੇ ਨਾਲ ਕਿਸੇ ਦਾ ਭਲਾ ਹੁੰਦਾ, ਇਹ ਨਾ ਹੋਈਆਂ ਵਿਚਾਰੀਆਂ ਕੋਈ ਕਿੱਥੋਂ ਦੂਰੋਂ ਲਿਆਊਗਾ, ਨੁਕਸਾਨ ਬੱਚੇ ਦਾ ਹੋ ਗਿਆ, ਮਾਂ ਦਾ ਹੋ ਗਿਆ, ਮਾੜਾ ਹੈ। ਕਹਿੰਦਾ ਠੀਕ ਆ। ਰਾਜੇ ਨੇ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦਾ 300 ਰੁਪਈਆ ਮਹੀਨਾ ਪੈਨਸ਼ਨ ਬਣਤੀ। ਉਹਨਾਂ ਟਾਈਮਾਂ ਦੇ ਵਿੱਚ ਤਾਂ ਉਹ 3 ਲੱਖ ਵਰਗਾ ਹੀ ਹੋਊਗਾ। ਅਤੇ ਉਸੇ ਟਾਈਮ ਸਦਕੇ ਆਪਦੇ ਨੌਕਰਾਂ ਨੂੰ, ਗੋਲੀਆਂ ਬਾਂਹਦਿਆਂ ਨੂੰ ਕਹਿਣ ਲੱਗਾ ਜਾਓ ਵੀ ਇਹਨਾਂ ਨੂੰ ਤੁਸੀਂ ਵਧੀਆ ਲੀੜੇ ਕੱਪੜੇ ਲਿਆ ਕੇ ਦਿਓ ਸ਼ਹਿਰ ਦੇ ਵਿੱਚੋਂ। ਨਾਲ ਲੈ ਗਿਆ ਚੰਗੇ ਭਾਈ ਉਹਨਾਂ ਨੂੰ ਕੱਪੜੇ ਲੀੜੇ ਦੇ। ਕਹਿੰਦਾ ਮੈਂ ਤੁਹਾਨੂੰ ਵਿਆਹ ਲੈ ਕੇ ਜਾਣਾ ਨਾਲ ਮੁੰਡੇ ਦੇ, ਜਾਣਾ ਤੁਸੀਂ? ਕਹਿੰਦੀ ਜੀ ਠੀਕ ਆ ਭਾਈ, ਕਿਉਂ ਵੀ ਮੇਰਾ ਐਡਾ ਵੱਡਾ ਤੁਸੀਂ ਇੱਕ ਉਜੜਿਆ ਬਾਗ ਹਰਾ ਕਰਤਾ। ਕਹਿੰਦਾ ਅਤੇ ਉਹਨਾਂ ਨੂੰ ਕੱਪੜਾ ਲੀੜਾ ਸਮਾਇਆ ਅਤੇ ਬਸਤਰ ਦਿੱਤੇ। ਉਹ ਕਹਿੰਦੇ ਬਾਦਸ਼ਾਹ ਕੇਰਾਂ ਅਸੀਂ ਆਪਦੇ ਘਰੇ ਜਾ ਕੇ ਆਉਣਾ। ਕਹਿੰਦਾ ਕੋਈ ਗੱਲ ਨਹੀਂ। ਕਹਿੰਦਾ ਐਂ ਨਹੀਂ ਜਾਣਾ, ਹੁਣ ਤੁਹਾਨੂੰ ਛੱਡ ਕੇ ਆਉਣਗੇ। ਨੌਕਰ ਭੇਜੇ ਬੱਗੀ ਦੇ ਵਿੱਚ ਬਹਾਈਆਂ ਵੀ ਆਦਰ ਸਤਿਕਾਰ ਨਾਲ ਛੱਡ ਕੇ ਆਇਆ। ਭਾਈ ਲੋਕ ਦੇਖਣ ਵੀ ਉਹ ਦਾਈ ਦੇ ਵਾਰ 'ਚ ਬਾਜਦੇ ਰਾਜੇ ਦੀ ਬੱਗੀ ਖੜੀ ਹੈ, ਕਮਾਲ ਆ। ਪੁੱਛਣ ਦਾਈਆਂ ਨੂੰ ਵੀ ਕੀ ਗੱਲ ਹੋਊਗੀ? ਉਹ ਕਹਿੰਦੀ ਗੱਲ ਤਾਂ ਕੁਛ ਨਹੀਂ ਹੋਈ, ਵੀ ਆਹ ਗੱਲ ਆ। ਵੀ ਲੋਕ ਕਹਿੰਦੇ ਵੀ ਆਹ ਤਾਂ ਤੁਹਾਡਾ ਬਹੁਤ ਤਕੜਿਆ ਨਾ ਹੱਥ ਜ ਲਾਗੇ ਬਾਦਸ਼ਾਹ ਨਾ, ਹੁਣ ਤੁਹਾਨੂੰ ਕਿਹੜਾ ਤੁਸੀਂ ਆਹ ਕੰਮ ਛੱਡ ਦਿਓ? ਕਹਿੰਦੀ ਇਹ ਨਹੀਂ ਛੱਡਦੀਆਂ, ਇਹ ਸਾਡਾ ਕਿੱਤਾ ਹੈ, ਇਹ ਤਾਂ ਅਸੀਂ ਕਰਾਂਗੇ। ਅਤੇ ਫਿਰ ਉਹ ਆਪਦੇ ਘਰੇ ਜਾ ਕੇ ਨੌਕਰਾਂ ਨੇ ਘਰ ਘੁਰ ਦੇਖ ਕੇ ਜਾ ਕੇ ਦੱਸਿਆ ਵੀ ਹਾਂ ਕੱਚੇ ਜੇ ਘਰ ਨੇ ਤਾਂ ਗਰੀਬ ਬੰਦੇ ਨੇ। ਬਾਦਸ਼ਾਹ ਕਹਿਣ ਲੱਗਾ ਆਪਾਂ ਪਵਾ ਕੇ ਦੇਵਾਂਗੇ। ਰਾਜਿਆਂ ਕੋਲ ਕੀ ਘਾਟਾ ਹੁੰਦਾ, ਮਿਸਤਰੀ ਟਵਾਲਾ ਸਾਰਾ ਭੇਜਿਆ, ਉਹਨਾਂ ਦੇ ਪੱਕੇ ਮਕਾਨ ਬਣਾਤੇ ਅਤੇ ਰਸਤ ਬੰਨ੍ਹਤੀ। ਕਹਿੰਦਾ ਮਹੀਨਾ ਖੁੰਝਣ ਨਹੀਂ ਦੇਣਾ ਨੌਕਰਾਂ ਨੂੰ, ਕਹਿੰਦਾ ਇਹਨਾਂ ਦੇ ਘਰੇ ਪੈਸਾ ਪੜਦਾ ਕਰਕੇ ਆਇਆ ਕਰੋ। ਫਿਰ ਉਸ ਨੂੰ ਤਾਰਾ ਨੂੰ ਅਤੇ ਹੁਣ ਗਏ ਉਸ ਸਿਉਣਾ ਦੇ ਨਾਲ ਚੰਗੀ ਤਕੜੀ ਬਰਾਤ ਇਕੱਠੀ ਹੋ ਕੇ, ਜਿਹੜਾ ਰਾਜਾਂ ਦੇ ਕੰਮ ਹੁੰਦੇ ਨੇ ਜਿਹੇ ਜਿਹੇ ਬਾਦਸ਼ਾਹ ਦੇ। ਅਤੇ ਉਹ ਰਾਣੀ ਕਹਿਣ ਲੱਗੀ, ਕਹਿੰਦੀ ਉਹਨਾਂ ਨੂੰ, ਕਹਿੰਦਾ ਨਾ ਤੂੰ ਮੇਰੇ ਮੱਥੇ ਨਾਲ ਆ, ਉਹਨਾਂ ਨੂੰ ਮੈਂ ਬਰਾਤ ਤਾਂ ਕੀ ਤੁਸੀਂ ਮੈਂ ਤਾਂ ਮਾਰਨੀਆਂ ਸੀ, ਮੂੰਹ ਨਹੀਂ ਲਾਉਣੀਆਂ, ਉਹ ਉਹਨਾਂ ਨੂੰ ਮਹਿਲਾਂ 'ਚ ਹੀ ਰਹਿਣ ਦੇ, ਮੈਂ ਨਹੀਂ ਲੈ ਕੇ ਜਾਣੀਆਂ ਨਾਲ। ਫਿਰ ਉਹ ਤਾਰੇ ਨੂੰ ਜਾ ਕੇ ਉਹ ਸੋਹਣਾ ਕੁੜੀ ਦੇ ਨਾਲ ਵਿਆਹ ਕੇ ਲਿਆਂਦਾ। ਵੀ ਜਿਹੜਾ ਸੰਯੋਗ ਹੈ ਕੁਦਰਤ ਨੇ ਬਣਾਇਆ ਹੈ, ਉਹਨੂੰ ਮਾਂ ਦਾ ਪੁੱਤ ਕੋਈ ਟਾਲ ਨਹੀਂ ਸਕਦਾ। ਨਾ ਹੋਣ ਟਲੇ ਬੜੇ ਬੜੇ ਅਮੀਰਾਂ ਦੀਆਂ ਕੁੜੀਆਂ ਦੇ ਸੰਯੋਗ ਕਿਸੇ ਗਰੀਬਾਂ ਨਾਲ ਹੁੰਦੇ ਨੇ, ਕਿਸੇ ਗਰੀਬਾਂ ਦੀਆਂ ਦੇ ਬੜੇ ਬੜੇ ਅਮੀਰਾਂ ਨਾਲ ਹੁੰਦੇ ਨੇ। ਜਿਹੜੇ ਬੰਦੇ ਨੂੰ ਐਂ ਹੁੰਦਾ ਵੀ ਮੈਂ ਐਡੇ ਘਰ ਕਿੱਥੇ ਵਿਆਹੀ ਜਾਊਂ, ਮੱਖੀ ਵੇਖੀਆਂ ਕੁੜੀਆਂ ਉਹ ਤਕੜੇ ਘਰਾਂ 'ਚ ਗਰੀਬਾਂ ਦੀਆਂ ਵਿਆਹੀਆਂ। ਵੀ ਇਹ ਸੰਯੋਗ ਹੈ, ਬੱਚੇ ਦਾ ਕਰਮ ਆ। ਮਾਂ ਪਿਓ ਜਨਮ ਦੇ ਸਕਦਾ, ਕਰਮ ਨਹੀਂ ਕਿਸੇ ਨੂੰ ਦੇ ਸਕਦਾ। ਕਰਮ ਬੱਚੇ ਨੇ ਆਪਦਾ ਖਾਣਾ। ਕੋਈ ਵੀ ਬੰਦਾ ਹੈ ਜਨਮ ਦੇਣ ਵਾਲਾ ਮਾਂ ਪਿਓ, ਕਰਮ ਦੇਣ ਵਾਲਾ ਮਾਲਕ ਹੈ। ਕਿਸੇ ਦੀ ਤਾਕਤ ਨਹੀਂ ਜੇ ਮਾਂ ਪਿਓ ਕਹੇ ਵੀ ਮੈਂ ਤੈਨੂੰ ਐਂ ਕਰਦਾ, ਨਹੀਂ ਕਰਮ ਕਰੂਗਾ। ਕੋਈ ਵੀ ਬੰਦਾ ਹੈ ਪਰਮਾਤਮਾ ਵਧਾ ਸਕਦਾ ਆਪਦੀ ਸੋਚ ਨਾਲ, ਨਾ ਕੋਈ ਵਧਿਆ ਨਾ ਵਧ ਨਹੀਂ ਸਕਦਾ। ਪਰਮਾਤਮਾ ਦੀ ਇੱਕ ਐਡੀ ਵੱਡੀ ਤਾਕਤ ਹੈ। ਜਿਹੜੇ ਆਪਦੀ ਸੋਚ ਨਾਲ ਵੱਧਦੇ ਸੀ ਉਹ ਖਤਮ ਕਰਤੇ, ਵਧਣ ਨਹੀਂ ਦਿੱਤੇ। ਬਾਣੀ ਕਹਿੰਦੀ ਆਰਾਮ ਵਧਾਏ ਸੋ ਵਧੇ, ਬਲ ਕਰ ਵਧਾ ਨਾ ਕੋਏ, ਬਲ ਕਰ ਰਾਵਣ ਵਧਿਆ ਸਿਲਮੇ ਦੀਆ ਖੋਏ। ਆਪਦੀ ਤਾਕਤ ਨਾਲ ਰਾਵਣ ਵਧਿਆ ਦੀ ਖਤਮ ਹੋ ਗਿਆ। ਜਿਹਦੇ 1 ਲੱਖ ਪੁੱਤ 1.25 ਲੱਖ ਧੀ। ਵੀ ਕੁਦਰਤ ਵਧਾਉਂਦੀ ਹੈ ਜਿਹਨੂੰ ਨਾ, ਉਹ ਵਧੂਗਾ, ਉਹਨੂੰ ਕੋਈ ਮਾਂ ਦਾ ਪੁੱਤ ਰੋਕਣ ਵਾਲਾ ਨਹੀਂ। ਉਹਦੇ ਵਧਾਇਆ ਹੀ ਵੱਧ ਸਕਦਾ।
ਆਪਦੇ ਸੋਚ ਤੇ ਆਪਦੇ ਸਾਡੇ ਦਿਮਾਗਾਂ 'ਚ ਹੋ ਜਾਂਦੀ ਆ। ਮੈਂ ਉਹਦੀ ਸੋਚ ਨਾਲ ਐਂ ਕਰਿਆ, ਮੈਂ ਉਹਦੀ ਸੋਚ ਨਾਲ ਮੁੰਡਿਆਂ ਨੂੰ ਐਂ ਕਰਿਆ। ਤੇਰੀ ਸੋਚ ਕੁਛ ਨਹੀਂ ਕਰਦੀ, ਉਹ ਮਾਲਕ ਹੈ ਕਰਨ ਵਾਲਾ। ਫਸਲ ਤਾਂ ਹਰੇਕ ਹੀ ਬੀਜਦਾ, ਇੱਕ ਦੀ 70 ਮਣ ਦੀ ਨਿਕਲਦੀ ਆ, ਕਦੀ 40 ਦੀ ਰਹਿ ਜਾਂਦੀ ਹੈ। ਕਰਮ ਹੈ ਜਿਹੜਾ ਕੁਛ ਮਾਲਕ ਨੇ ਦੇਣਾ ਉਹ ਉਹੀ ਦੇਣ ਵਾਲਾ ਹੈ। ਬੰਦੇ ਦੇ ਹੱਥ ਦੇ ਵਿੱਚ ਕੁਛ ਨਹੀਂ। ਬੰਦਾ ਤਾਂ ਐਵੇਂ ਹੀ ਹਵਾ ਦੇ ਵਿੱਚ ਉੱਡਿਆ ਫਿਰਦਾ ਆਪਦੇ ਮਾਣ ਹੰਕਾਰ ਦੇ ਵਿੱਚ। ਨਹੀਂ, ਉਹ ਕੁਦਰਤ ਹੈ ਜਿਹੜੀ ਕਰਨ ਵਾਲੀ ਆ, ਉਹ ਪਰਮਾਤਮਾ ਹੈ, ਉਹਦੇ ਹੱਥ 'ਚ ਡੋਰੀ ਹੈ। ਬੰਦਾ ਤਾਂ ਇੱਕ ਪਤੰਗ ਹੈ, ਉਤਲੀ ਹਵਾ 'ਚ ਫਿਰਦਾ ਹਲਾਰੇ ਮਾਰਦਾ, ਪਤਾ ਨਹੀਂ ਕਦੋਂ ਡੋਰ ਟੁੱਟ ਜੇ, ਪਤਾ ਨਹੀਂ ਕਿਹੋ ਜਿਹੇ ਝਾੜੀਆਂ 'ਚ ਜਾ ਕੇ ਉਹਦੀ ਲੀਰੋ ਲੀਰ ਹੋ ਜਾਣੀ ਹੈ। ਪਰ ਡੋਰ ਤਾਂ ਮਾਲਕ ਦੇ ਹੱਥ 'ਚ ਹੈ ਨਾ। ਪਤੰਗ ਦੀ ਤਾਂ ਕੋਈ ਤਾਕਤ ਨਹੀਂ, ਉਸ ਦਾ ਉਡਾਇਆ ਉੱਡਦਾ।